बारदो आलम शाह गुर गोबिंद सिंह खासम राजा काह गुर गोबिंद सिंह खासम राजा काह गुर गोबिंद सिंह तुमरी महिमा अपर अपारा जाका लह्यो न किन्हु पारा देव देव राजन के राजा दीन दयाल गरीब निवाजा मूक उचरै शास्त्र खाट पिंग गिरन चढ़ जाय अंध लखै बदरो सुनै जो काल कृपा कराय कहा बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। सत सत हर सत सत सते सत भणिया दूसर आन न अवर पुरख पौरातन सुनिया सत सत हर सत सते सत भणिया वाहिगुरु जी का खालसा वाहिगुरु जी की फतेह। पतत पावन भगत वत्सल किरपा दे खजाने जुगो जुग अटल हाजरा हजूर सर्व कला भरपूर नाम बाणी दे खजाने कल जुग दे तारक शब्दा अवतार शब्द गुर पीरा गहर गंभीरा बिन शब्दै जग बौरानंग धन धन सतगुरु ग्रंथ साहिब महाराज जी दी पावन पवित्र हजूरी विच साहिब कमाल अमृत दे दाते पंथ दे वाली शमशीरे बहादुर सो गिदड़ां तो शेर बनाउण वाले चिड़ियां तो बाज तड़ाउण वाले सवा लख नाल एक लड़ाउण वाले धन गुरु गोबिंद सिंह साहिब सच्चे पातशाह जी दे मुबारक जिस स्थान ते सतगुरु गरीब नवाज जी ने तही प्रकाश हमारा भयो पटना शहर बिखै भव लयो। सो ये पावन अस्थान के उपर कलगीधर गरीब नवाज जी ने
ਆਪਣਾ ਮੁਬਾਰਕ ਅਵਤਾਰ ਧਾਰਨ ਕਰਕੇ ਇਹ ਸਾਰੇ ਕੌਤਕ ਸੋ ਦੁਨੀਆ ਦੇ ਵਿੱਚ ਵਰਤਾਏ। ਇਸ ਸਥਾਨ ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਾਲ ਲੀਲਾ ਕੀਤੀਆਂ। ਧੰਨ ਕਲਗੀਧਰ ਗਰੀਬ ਨਿਵਾਸ ਜੀ ਦੇ ਮੁਬਾਰਕ ਸੋ ਇਸ ਪਾਵਨ ਤਖਤ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਦੇ ਇਸ ਪਾਵਨ ਸਥਾਨ ਦੇ ਸ਼ੋਭ ਪ੍ਰਾਪਤ ਕਰਨ ਵਾਸਤੇ ਦੂਰੋਂ ਨੇੜਿਓਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਬਹੁਤ ਹੀ ਭਾਵਨਾ ਦੇ ਨਾਲ ਸੋ ਦਰਸ਼ਨ ਪਰਸ਼ਨ ਕਰ ਰਹੇ ਗੁਰੂ ਕੇ ਪਿਆਰਿਓ, ਸਾਰੀ ਸੰਗਤ ਨੂੰ ਜੀ ਆਇਆਂ ਨੂੰ। ਔਰ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਦਾ ਸਾਰਿਆਂ ਨੂੰ ਪ੍ਰੇਮ ਸਹਿਤ ਫਤਿਹ ਅਰਜ ਕਰਦਾ ਹਾਂ। ਸਾਰੇ ਪ੍ਰੇਮ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਰਠ ਰਾਗਣੀ ਦੇ ਵਿੱਚ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਸਾਡੇ ਸਾਧੂ ਪ੍ਰਤੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਗੁਰੂ ਕੇ ਪਿਆਰਿਓ ਆਪਣੇ ਚਰਨੀ ਲਾ ਲਿਆ ਨਾ, ਇੱਥੇ ਵੀ ਜੋ ਸੋਈਆਂ ਦੀ ਕਥਾ ਚੱਲ ਰਹੀ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼੍ਰੀ ਮੁਖ ਤੋਂ ਉਚਾਰੇ ਹੋਏ ਸੋਈਏ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਇਹ ਜੋ ਪਾਵਨ ਸੋਈਏ ਜੀ ਦਾ ਪਾਠ ਪੰਕਤੀ ਪ੍ਰਾਰੰਭ ਸਰਵਣ ਕੀਤੀ ਹੈ। 5 ਸੋਈਆਂ ਦੀ ਕਥਾ ਹੋ ਚੁੱਕੀ ਹੈ। 6ਵੇਂ ਸੋਈਏ ਤੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਇਸ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰੂਪ ਕਥਨ ਕੀਤਾ ਹੈ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਵਾਹਿਗੁਰੂ ਔਰ ਸਤਿਗੁਰੂ ਜੀ ਇੱਕੋ ਹੀ ਮੂਰਤੀ ਹਨ, ਇੱਕੋ ਹੀ ਸਰੂਪ ਹਨ। ਜੋ ਨਿਰਗੁਣ ਰੂਪ ਵਿੱਚ ਨਿਰੰਕਾਰ ਜੀ ਹਨ, ਉਹੀ ਸਰਗੁਣ ਰੂਪ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਔਰ ਜੋ ਸਰਗੁਣ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹੀ ਸਤਿਗੁਰੂ ਨਿਰਗੁਣ ਰੂਪ ਵਿੱਚ ਨਿਰੰਕਾਰ ਜੀ ਹਨ। ਆਪ ਸਾਰਿਆਂ ਵਿੱਚ ਹੁੰਦੇ ਹੋਏ ਨਿਰਲੇਪ ਹਨ ਔਰ ਨਿਰਲੇਪ ਹੁੰਦੇ ਹੋਏ ਸਾਰਿਆਂ ਵਿੱਚ ਵਿਆਪਕ ਹਨ। ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਹਨ। ਪੰਜਾਂ ਨੂੰ ਮਾਰ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚੋਂ ਦੂਰ ਕਰ ਦਿੰਦੇ ਹਨ। ਜਿਵੇਂ ਸੂਰਜ ਦੇ ਨੇੜੇ ਹਨੇਰੇ ਦਾ ਕੰਮ ਨਹੀਂ, ਇਸੇ ਪ੍ਰਕਾਰ ਇਹ ਜੋ ਪੰਜੇ ਹਨ, ਇਹ ਪੰਜਾਂ ਦਾ ਹੀ ਸਤਿਗੁਰੂ ਜੀ ਦੇ ਨੇੜੇ ਕੋਈ ਵਾਰ ਨਹੀਂ, ਜ਼ੋਰ ਨਹੀਂ। ਸੂਰਜ ਦੇ ਨੇੜੇ ਹਨੇਰਾ ਨਹੀਂ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਨੇੜੇ ਵਿਕਾਰ ਨਹੀਂ। ਗੁਰੂ ਕੇ ਪਿਆਰਿਓ, ਇਹ ਪੰਜੇ ਵਿਕਾਰਾਂ ਬਾਰੇ ਆਪ ਜੀ ਰੋਜ਼ਾਨਾ ਹੀ ਕਥਾ ਦੇ ਵਿੱਚ ਸਰਵਣ ਕਰਦੇ ਹੋ। ਵੱਡਿਆਂ ਨੂੰ ਇਹਨਾਂ ਨੇ ਘੇਰ ਲਿਆ। ਖਾਸ ਕਰਕੇ ਜਿਹੜੇ ਵੱਡੇ ਕਹਾਉਂਦੇ ਉਹਨਾਂ ਨੂੰ ਤੇ ਛੇਤੀ
ਢਾਉਂਦੇ ਆ ਨਾ। ਜਿਹਦੇ ਮਨ 'ਚ ਆ ਗਿਆ ਵੱਡਾ ਪੂਣਾ ਮੈਂ ਵੱਡਾ, ਜਿਹਦੇ ਮਨ ਵਿੱਚ ਆ ਗਈ ਕੋਈ ਲੋਭ ਦੀ ਅੰਸ਼, ਉਹੀ ਮਾਰਿਆ ਗਿਆ। ਜਿਹਦੇ ਮਨ ਵਿੱਚ ਗੁਰੂ ਕੇ ਪਿਆਰਿਓ ਵਿਕਾਰ ਦਾ ਫੁਰਨਾ ਆ ਗਿਆ, ਸੋ ਇਹ ਪੰਜੇ ਜਿਹੜੇ ਆ ਨਾ, ਇਹ ਕੱਲਾ ਕੱਲਾ ਮਾਰਨ ਨੂੰ ਸਮਰੱਥ ਹੈ ਜੀਵ ਨੂੰ, ਜਿਹੜਾ ਵੀ ਪੰਜਾਂ ਵਿੱਚੋਂ ਆ ਜਾਏ। ਸੋ ਇਹਨਾਂ ਪੰਜਾਂ ਨੂੰ ਜਿੱਤ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਦਲ ਮਲ ਸੁੱਟੇ ਹਨ। ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਨੇ, ਜੋ ਪੂਰੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਸਰਗੁਣ ਰੂਪ ਜੋ 10 ਹਨ, ਔਰ ਸ਼ਬਦ ਰੂਪ ਜੋ ਪ੍ਰਤੱਖ ਗੁਰਗੱਦੀ ਦੇ ਉੱਪਰ ਬਿਰਾਜਮਾਨ ਹਨ। ਪੂਰੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਆਪਣੇ ਚਰਨੀ ਲਾ ਲਿਆ, ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਸਹਾਇਤਾ ਕਰਨ ਵਾਲਾ ਪ੍ਰਾਪਤ ਹੋਇਆ। ਜਿੱਥੇ ਵੀ ਉਹ ਜੀਵ ਗੁਰੂ ਕਾ ਪਿਆਰਾ ਜਾਂਦਾ ਹੈ, ਜਿਹਦਾ ਚਿੱਤ ਗੁਰੂ ਚਰਨਾਂ ਵਿੱਚ ਲੱਗਾ ਹੈ, ਗੁਰੂ ਤੇ ਦ੍ਰਿੜਤਾ ਹੈ, ਭਰੋਸਾ ਹੈ ਮਹਾਰਾਜ ਜੀ ਤੇ। ਇਹ ਨਹੀਂ ਕਿ ਕੱਲਾ ਬਾਹਰੀ ਭੇਖ ਗੁਰੂ ਕਾ ਧਾਰਨ ਕੀਤਾ ਹੈ, ਚਿੱਤ ਲੱਗਾ ਹੋਵੇ ਮਾਇਆ ਵਿੱਚ। ਫਿਰ ਮਾਇਆ ਵਿੱਚ ਚਿੱਤ ਲੱਗਿਆ ਵਾਲਿਆਂ ਦੀ ਹਾਲਤ ਜੋ ਹੁੰਦੀ ਹੈ, ਆਪ ਪ੍ਰਤਾਖੀ ਰੋਜ਼ਾਨਾ ਹੀ ਦੇਖਦੇ ਹੋ। ਸੋ ਇਸ ਕਰਕੇ ਜਹਾਂ ਜਾਈਏ ਤਹਾਂ ਸੁਹੇਲੇ, ਜਿੱਥੇ ਵੀ ਉਹ ਗੁਰੂ ਕੇ ਪਿਆਰੇ ਜਾਂਦੇ ਉੱਥੇ ਹੀ ਸੁਖੀ ਰਹਿੰਦੇ ਹਨ। ਔਰ ਇਸ ਇੱਕ ਗੱਲ ਦਾ ਖਿਆਲ ਇੱਥੇ ਕਰਨਾ ਕਿ ਗੁਰੂ ਕੇ ਸਿੱਖ, ਗੁਰੂ ਕੇ ਭਗਤ ਸਰੀਰ ਦੇ ਸੁੱਖਾਂ ਨੂੰ ਸੁੱਖ ਕਰਕੇ ਨਹੀਂ ਜਾਣਦੇ ਤੇ ਸਰੀਰ ਦੇ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਜਾਣਦੇ। ਇਹ ਦੁੱਖ ਸਰੀਰ ਦੇ ਸੁੱਖ ਮਿਥਿਆ ਹਨ, ਝੂਠੇ ਹਨ। ਜਿਵੇਂ ਸਰੀਰ ਸਦਾ ਰਹਿਣਾ ਅਸਥਿਰ ਨਹੀਂ ਹੈ, ਸਰੀਰ ਸਦਾ ਨਹੀਂ ਰਹਿਣਾ, ਇਸੇ ਤਰ੍ਹਾਂ ਇਹ ਦੁੱਖ ਤੇ ਸੁੱਖ ਵੀ ਸਦਾ ਨਹੀਂ ਰਹਿਣੇ। ਸਦਾ ਰਹਿਣ ਵਾਲਾ ਸੁੱਖ ਜਿਹੜਾ ਸਤਿਗੁਰੂ ਜੀ ਦੇ ਚਰਨਾਂ 'ਚ ਚਿੱਤ ਲੱਗ ਗਿਆ, ਉਹਨੂੰ ਪ੍ਰਾਪਤ ਹੋ ਗਿਆ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਇਸ ਕਰਕੇ ਕੀ ਚਾਹੀਦਾ ਹੈ, ਵਾਹਿਗੁਰੂ ਦੇ ਗੁਣ ਸਦਾ ਹੀ ਗਾਉਣੇ ਚਾਹੀਦੇ ਆ। ਸੁਭਾਅ ਹੀ ਪੈ ਜਾਣਾ ਚਾਹੀਦਾ ਹੈ ਵਾਹਿਗੁਰੂ ਦੇ ਗੁਣ ਗਾਉਣ ਦਾ। ਗੁਰਮੁਖਾਂ ਪਿਆਰਿਆਂ ਤੋਂ ਕਈ ਵਾਰੀ ਆਪ ਜੀ ਸੰਗਤ ਸਰਵਣ ਕਰਦੇ ਹਾਂ ਆਪਾਂ, ਜਿਨ੍ਹਾਂ ਦੇ ਮੁਖ ਤੇ ਵਾਹਿਗੁਰੂ ਚੜਿਆ, ਇਹ ਸ਼ਬਦ ਜਿਨ੍ਹਾਂ ਦੀ ਜ਼ੁਬਾਨ ਤੇ ਚੜਿਆ, ਜਦੋਂ ਵੀ ਉਚਾਰਨਗੇ ਵਾਹਿਗੁਰੂ। ਜੇ ਕੋਈ ਭੁੱਲ ਹੋ ਗਈ ਵਾਹਿਗੁਰੂ, ਜੇ ਕੋਈ ਚੰਗੀ ਚੀਜ਼ ਲੱਗੀ ਵਾਹਿਗੁਰੂ, ਜੇ ਕਿਸੇ ਨੇ ਆਵਾਜ਼ ਮਾਰੀ ਵਾਹਿਗੁਰੂ, ਮੁਖ ਤੋਂ ਵਾਹਿਗੁਰੂ ਨਿਕਲਦਾ। ਸੁਦੇ ਹੀ ਆ ਨਾ, ਕਈਆਂ ਦੇ ਮੁਖ ਤੇ, ਕਈਆਂ ਦੀ ਜ਼ੁਬਾਨ ਤੇ ਕੋਈ ਗਾਲ ਚੜੀ ਹੁੰਦੀ ਆ, ਉਹ ਆਪਸ ਵਿੱਚ ਗੱਲਾਂ ਕਰਦੇ, ਉਦੋਂ ਤੱਕ ਉਹ ਜ਼ੁਬਾਨ ਨੂੰ ਵਰਤਦੇ ਹੀ ਆ, ਪਰ ਕਿਸੇ ਵੇਲੇ ਸਿਆਣੇ ਬੰਦਿਆਂ ਵਿੱਚ ਬੈਠਿਆਂ ਖਲੋਤਿਆਂ ਵੀ ਸੁਦੇ ਉਹਨਾਂ ਕੋਲ ਉਹ ਗੱਲ ਨਿਕਲ ਜਾਂਦੀ ਹੈ। ਕਿਉਂ? ਕਾਰਨ ਕਿ ਉਹਨਾਂ ਦੀ ਜ਼ੁਬਾਨ ਤੇ ਚੜੀ ਹੈ ਉਹ ਗੱਲ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਸੁਭਾਈ, ਇਹ ਸੁਭਾਅ ਹੀ ਪਾ ਲਓ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦਾ। ਫਿਰ ਕੀ ਪ੍ਰਾਪਤੀ ਹੋਵੇਗੀ? ਮਨ ਚਿੰਦੇ ਸਗਲੇ ਫਲ ਪਾਵੋ, ਮਨ ਇੱਛਤ ਸਾਰੇ ਹੀ ਫਲ ਪ੍ਰਾਪਤ ਹੋ ਜਾਣਗੇ। ਔਰ ਜੀ ਇੱਕੈ ਸੰਗ ਸਹਾਈ, ਲੋਕ ਪਰਲੋਕ ਦੇ ਵਿੱਚ ਹਰ ਥਾਂ ਦੇ ਉੱਪਰ ਇਸ ਜੀ ਦੀ ਰੱਖਿਆ ਕਰਨ ਵਾਸਤੇ ਸਹਾਇਤਾ ਕਰਨ ਵਾਲਾ ਹੋਏਗਾ ਵਾਹਿਗੁਰੂ। ਰਹਾਉ ਵਿਸ਼ਰਾਮ ਦੇ ਕੇ ਗਰੀਬ ਨਿਵਾਜ ਕਥਨ ਕਰਦੇ ਹਨ, ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਰੇ ਅਨਾਰਾ। ਜੋ ਸਾਰਿਆਂ ਦੇ ਵਿੱਚ, ਨਰਾਂ ਨਾਰਾਂ ਦੇ ਵਿੱਚ ਇਹਨੇ ਆਪਣਾ ਘਰ ਬਣਾਇਆ, ਜੋ ਆਇਆ ਹੋਇਆ ਹੈ,
ਸੋ ਨਾਰਾਇਣ ਉਹੀ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਹੈ। ਉਸ ਵਾਹਿਗੁਰੂ ਦੇ ਜੋ ਸੰਤ ਜਨ ਹਨ, ਨਾਰਾਇਣ ਦੇ ਸੰਤ, ਅਸੀਂ ਉਹਨਾਂ ਸੰਤਾਂ ਜਨਾਂ ਦੀ ਚਰਨ ਧੂੜ ਹਾਂ, ਰੇਣ, ਚਰਨ ਰੇਣ ਹਾਂ। ਔਰ ਜਿਨ੍ਹਾਂ ਨੇ ਇਹ ਮਨ ਵਿੱਚ ਧਾਰਨ ਕਰ ਲਿਆ ਕਿ ਅਸੀਂ ਸੰਤਾਂ ਦੀ ਚਰਨ ਧੂੜੀ ਹਾਂ, ਔਰ ਇਹ ਧੂੜੀ ਮੱਜਣ ਸਾਧਖੇ ਸਾਈਂ ਥੀਏ ਕਿਰਪਾਲ ਹੋਣਾ, ਤਾਂ ਉਹ ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਉਹਨਾਂ ਨੂੰ ਪਾਪੀਆਂ ਨੂੰ ਵੀ ਪਵਿੱਤਰ ਸਤਿਗੁਰੂ ਜੀ ਕਰ ਲੈਂਦੇ, ਮੁਖ ਤੋਂ ਵਾਹਿਗੁਰੂ ਦਾ ਨਾਮ ਉਚਾਰਨ ਬਖਸ਼ਿਸ਼ ਕਰਕੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਉਹ ਪਾਰ ਬ੍ਰਹਮ ਜੋ ਪਾਪਾ ਪੁੰਨਾਂ ਤੋਂ ਪਰੇ, ਜੋ ਵਿਆਪਕ ਸਰੂਪ ਹੈ, ਬ੍ਰਹਮ ਜੋ ਵਿਆਪਕ ਸਰੂਪ ਹੈ, ਪਾਰ ਜੋ ਪ੍ਰਕਿਰਤੀ ਤੇ ਪਾਰਾਵਾਰ ਤੋਂ ਰਹਿਤ ਹੈ। ਗਰੀਬ ਨਵਾਜ ਆਪ ਕਿਰਪਾ ਕਰਕੇ ਫਿਰ ਰਖਵਾਲੀ ਕਰਦੇ ਆ, ਸਦਾ ਜੀ ਦੇ ਨਾਲ ਰਹਿੰਦੇ ਹਨ। ਉਠਤ ਬੈਠਤ ਸੁੱਤਿਆਂ ਜਾਗਦਿਆਂ ਜਦੋਂ ਵੀ ਇਹ ਜੀਵ ਵਾਹਿਗੁਰੂ ਦੇ ਧਿਆਨ 'ਚ ਰਹਿੰਦਾ ਤੇ ਵਾਹਿਗੁਰੂ ਜੀ ਉਹਦਾ ਰਾਖੀ ਕਰਦੇ ਆ, ਹਰ ਸੰਗ ਪਹਰੂਆ, ਪਹਿਰੇਦਾਰ ਬਣ ਕੇ। ਧੰਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਅਖੀਰਲੀਆਂ ਪੰਕਤੀਆਂ ਦੇ ਵਿੱਚ, ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਸੋ ਗੁਰੂ ਪਿਆਰਿਓ, ਕਿਰਪਾ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਬਖਸ਼ਿਸ਼ ਕੀਤਾ ਨਾ, ਹਰ ਰਸ ਤਿਨ ਹੀ ਪਾਇਆ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਜਮ ਦੇ ਕੰਕਰ ਕਹੀਏ ਦੂਤ, ਜਮ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ। ਔਰ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਧੰਨ ਗੁਰੂ ਗਰੀਬ ਨਵਾਜ਼ ਜੀ ਦੀ ਸ਼ਰਨ ਰਹਿ ਕਰਕੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਅਚੁੱਤ ਸੁਖ ਨੂੰ ਪ੍ਰਾਪਤ ਕਰ ਲਿਆ। ਦੁਨੀਆ ਸਾਰੀ ਚਾਹੁੰਦੀ ਹੈ ਸੁਖ ਪ੍ਰਾਪਤ ਹੋਣ, ਪਰ ਸੁਖ ਹੈ ਕਿ ਇਸ ਚੀਜ਼ ਦਾ ਪਤਾ ਹੀ ਨਹੀਂ। ਸੁਖ ਦੀ ਪਛਾਣ ਨਹੀਂ, ਸੁਖ ਦੀ ਪਛਾਣ ਦਾ ਹੋਣ ਕਰਕੇ ਹੀ, ਜਿਵੇਂ ਇਹ ਹਿਰਨ ਦਾ ਦ੍ਰਿਸ਼ਟਾਂਤ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਦਿੱਤਾ ਹੈ। ਹਿਰਨ ਹੈ ਨਾ, ਕਸਤੂਰੀ ਤਾਂ ਉਹਦੇ ਨਾਭੀ ਦੇ ਵਿੱਚ ਹੈ, ਔਰ ਨਾਭੀ ਨੂੰ ਨਾਸਕਾ ਲੱਗੀ ਤੇ ਬੜੀ ਸੁਗੰਧੀ ਆਈ, ਅਥਵਾ ਨਾਭੀ ਨੂੰ ਛੂਹ ਕਰਕੇ ਹਵਾ ਨਾਸਕਾ ਨੂੰ ਦੇ ਪਾਸ ਆਈ ਤੇ ਬਹੁਤ ਹੀ ਉਸ ਨੂੰ ਆਨੰਦ ਆਇਆ, ਸੁਗੰਧੀ ਆਈ। ਹੁਣ ਜਿਸ ਪਾਸੇ ਨੂੰ ਹਵਾ ਜਾਂਦੀ ਹੈ ਉਸ ਪਾਸੇ ਨੂੰ ਉਹ ਤੁਰਿਆ ਜਾ ਰਿਹਾ ਹੈ, ਔਰ ਚੱਲਦਾ ਹੋਇਆ ਕਸਤੂਰੀ ਕੈ ਭੁੱਲੜਾ, ਗੰਦਾ ਡੁੰਮ ਪਈ ਆਸ। ਉਸ ਕਸਤੂਰੀ ਦੇ ਵਾਸਤੇ ਭੁੱਲ ਕਰਕੇ ਗੰਦੇ ਚਿਲੇ ਵਿੱਚ ਜਾ ਕਰਕੇ ਡਿੱਗ ਪੈਂਦਾ ਹੈ ਹਿਰਨ। ਇਸੇ ਪ੍ਰਕਾਰ ਇਕਾਗਰਤਾ ਦੇ ਵਿੱਚ ਵਾਹਿਗੁਰੂ ਜੀ ਨੇ ਸੁਖ ਬਖਸ਼ਿਸ਼ ਕੀਤਾ, ਆਤਮ ਗਿਆਨ, ਆਤਮ ਸੁਖ। ਪਰ ਉਹ ਇਕਾਗਰਤਾ ਕਿਸੇ ਪਦਾਰਥ ਨੂੰ ਲੈ ਕਰਕੇ ਜਦੋਂ ਪ੍ਰਾਪਤ ਹੋਈ, ਵਾਸ਼ਨਾ ਫੁਰੀ ਕਿ ਇਹਦੇ ਵਿੱਚ ਹੀ ਸਭ ਕੁਝ ਹੈ, ਉਹ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੋ ਗਿਆ। ਇਹ ਭੁੱਲਾ ਹਿਰਨ ਦੀ ਨਿਆਈ ਜੀਵ ਉਸ ਗੰਦੇ ਚਿਲੇ ਵਿੱਚ ਜਾ ਪਿਆ, ਪਰ ਜਿੱਥੋਂ ਇਹ ਪ੍ਰਾਪਤ ਹੋਣਾ ਸੀ ਉਹ ਨਾ ਪ੍ਰਾਪਤ ਕਰ ਸਕਿਆ। ਆਤਮ ਸੁਖ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੀ ਸ਼ਰਨ ਆਇਆ, ਗੁਰੂ ਕੇ ਸ਼ਬਦ ਨੂੰ ਕਮਾਇਆ, ਇਕਾਗਰਤਾ ਪ੍ਰਾਪਤ ਹੁੰਦੀ ਹੈ। ਆਤਮ ਸੁਖ ਸਤਿਗੁਰੂ ਜੀ ਜਣਾਉਂਦੇ ਆ। ਉਸ ਸੁਖ ਨੂੰ ਜਿਹਨੇ ਪ੍ਰਾਪਤ ਕਰ ਲਿਆ, ਉਹ ਗੁਰੂ ਕੇ ਪਿਆਰੇ, ਆਪਾਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਹਾਂ, ਭਾਵੇਂ ਗੁਰੂ ਕੇ ਪਿਆਰੇ ਉਹਦੇ ਕੋਲ ਖਾਣ ਨੂੰ
ਚੰਗੇ ਪਦਾਰਥ ਨਹੀਂ, 36 ਪ੍ਰਕਾਰ ਦੇ ਭੋਜਨ, ਔਰ ਲੇਟਣ ਵਾਸਤੇ ਸੋ ਮਖਮਲੀ ਗੱਦੇ ਨਹੀਂ ਹਨ, ਔਰ ਸੰਗ ਸਾਥੀ ਮਿੱਤਰ ਪਿਆਰੇ, ਕਿਉਂਕਿ ਮਿੱਤਰ ਪਿਆਰੇ ਵੀ ਉਹਦੇ ਬਣਦੇ ਜਿਹਦੇ ਕੋਲ ਧਨ ਹੋਵੇ, ਜਿਹਦੇ ਪਾਸ ਗਰੀਬੀ ਹੋਵੇ, ਧਨ ਪੱਲੇ ਨਾ ਹੋਣ, ਉਹਦੇ ਜਿਹੜੇ ਨੇੜਲੇ ਮਿੱਤਰ ਵੀ ਦੂਰ ਚਲੇ ਜਾਂਦੇ ਆ, ਔਰ ਜੋ ਰਿਸ਼ਤੇਦਾਰ ਹਨ, ਸੰਬੰਧੀ ਹਨ, ਉਹ ਵੀ ਸਾਰੇ ਸੋਚਦੇ ਕਿ ਉਹਦੇ ਕੋਲ ਨਾ ਜਾਈਏ, ਕਿਤੇ ਕੋਈ ਸਵਾਲ ਨਾ ਪਾ ਦੇ। ਜਿਹਦੇ ਕੋਲ ਮਾਇਆ ਬਹੁਤੀ ਆ ਜਾਂ ਕਿਤੇ ਸਰਕਾਰੇ ਦਰਬਾਰੇ ਜਾਣ ਪਛਾਣ ਹੈ, ਉਹਦੇ ਦੂਰੋਂ ਨੇੜਿਓਂ ਆ ਕਰਕੇ ਕਹਿੰਦੇ ਮੈਂ ਤੇਰੇ ਫਲਾਣੇ ਥਾਂ ਗਾਂਹ ਦੇ ਗਾਂਹ ਰਿਸ਼ਤੇਦਾਰੀ ਕੱਢ ਲੈਂਦੇ ਆ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹੋ ਜਿਹਾ ਵੀ ਗੁਰੂ ਕਾ ਪਿਆਰਾ ਹੋਵੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮਿੱਤਰ ਨਾ ਏਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਉਹ ਗੁਰੂ ਕਾ ਪਿਆਰਾ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਹੈ, ਜਿਹਦੇ ਆਤਮ ਸੁਖ ਜਿਸ ਨੂੰ ਪ੍ਰਾਪਤ ਹੋ ਗਿਆ। ਗੁਰੂ ਪਿਆਰਿਓ, ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਵਾਹਿਗੁਰੂ ਦੇ ਗੁਣ, ਗੁਰੂ ਨਾਨਕ ਸਾਹਿਬ ਜੀ ਦੇ ਗੁਣ ਮਿਲਾ ਕਰਕੇ ਉਚਾਰ ਰਹੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਾਰ ਬ੍ਰਹਮ ਰੂਪ ਕਥਨ ਕਰ ਰਹੇ ਹਨ। ਆਓ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣ ਗਾ ਕੇ ਸੋ ਆਪਣਾ ਆਤਮ ਕਲਾਹ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤ ਸਤ ਹਰ ਸਤ, ਸਤ ਸਤੇ ਸਤ ਭਣੀਐ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਸਤ ਸਰੂਪ ਹੋ। ਸੋ ਸਤਯੁਗ ਵਿੱਚ ਵੀ ਆਪ ਜੀ ਸਤ ਰੂਪ, ਤ੍ਰੇਤੇ ਵਿੱਚ ਵੀ ਸਤ ਰੂਪ, ਦੁਆਪਰ ਵਿੱਚ ਵੀ ਸਤ ਰੂਪ, ਤੇ ਹੁਣ ਵੀ ਸਤ ਰੂਪ ਹੋ। ਸਤ ਸਤੇ ਸੱਚ ਸਰੂਪ ਕਰਕੇ ਆਪ ਜੀ ਨੂੰ ਕਥਨ ਕਰਦੇ ਹਾਂ। ਦੂਸਰ ਆਨ ਨ ਅਵਰ, ਪੁਰਖ ਪਉ ਰਾਤਨ ਸੁਣੀਐ। ਸੋ ਆਪ ਜੀ ਦਾ ਗੁਣ ਸੱਚੇ ਪਾਤਸ਼ਾਹ ਆਪ ਜੀ ਨੂੰ ਚਾਰੇ ਬਾਣੀਆਂ ਸਤ ਰੂਪ ਕਰਕੇ ਕਥਨ ਕਰ ਰਹੀਆਂ ਹਨ। ਚਾਵਾਂ ਬਾਣੀਆਂ ਰਾਹੀਂ ਆਪ ਜੀ ਨੂੰ ਸਤਿਰੂਪ ਕਥਨ ਉਚਾਰਦੇ ਹਾਂ। ਚਾਰੇ ਖਾਣੀਆਂ ਆਪ ਜੀ ਦੇ ਗੁਣ ਗਾ ਰਹੀਆਂ ਹਨ। ਦੂਸਰ ਆਨ ਅਵਰ, ਹੋਰ ਕੋਈ ਦੂਜਾ ਅਵਰ ਪੁਰਖ ਜੋ ਹੈ ਸੋ ਪੁਰਖ ਪਉ ਰਾਤਨ ਸੁਣੀਏ। ਹੋਰ ਕੋਈ ਦੂਜਾ ਸੋ ਆਪ ਜੀ ਦੇ ਦਰਸ਼ ਪੁਰਾਤਨ ਸਰੂਪ ਨਹੀਂ ਹੈ। ਗਰੀਬ ਨਵਾਜ ਆਪ ਜੀ ਹੀ ਆਦਿ ਰੂਪ ਹੋ ਸਾਰਿਆਂ ਦਾ, ਹੋਰ ਕੋਈ ਵੀ ਨਹੀਂ ਸੁਣਿਆ ਜਾਂਦਾ। ਅੰਮ੍ਰਿਤ ਹਰ ਕੋ ਨਾਮ ਲੈਤ, ਮਨ ਸਭ ਸੁਖ ਪਾਏ। ਆਪ ਜੀ ਨੇ ਜੋ ਵਾਹਿਗੁਰੂ ਦਾ ਅੰਮ੍ਰਿਤ ਨਾਮ ਬਖਸ਼ਿਸ਼ ਕੀਤਾ ਹੈ ਨਾ, ਇਹ ਕਿਹੜਾ ਨਾਮ ਦਾ ਸਤਿਗੁਰੂ ਗਰੀਬ ਨਵਾਜ ਜੀ ਕਥਨ ਕਰ ਰਹੇ ਹਨ। ਸੋ ਇਹ ਚਾਰ ਅੱਖਰਾਂ ਦਾ ਜੋ ਵਾਹਿਗੁਰੂ ਨਾਮ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਇਹ ਇੱਕ ਇੱਕ ਕਲਪ, ਇੱਕ ਇੱਕ ਅੱਖਰ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਉਚਾਰਿਆ।
36 ਯੁੱਗ ਇਹਨਾਂ ਅੱਖਰਾਂ ਦਾ ਜਾਪ ਕਰਕੇ, ਔਰ ਇਹ ਵਾਹਿਗੁਰੂ ਮੰਤਰ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਪ੍ਰਗਟ ਕੀਤਾ, ਵੇਦ ਕਤੇਬਾ ਬਾਹਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਭਾਈ ਗੁਰਦਾਸ ਸਾਹਿਬ ਜੀ ਵੀ ਇਹ ਆਪਣੇ ਸ਼ਬਦ ਪ੍ਰਮਾਣ ਕਥਨ ਕਰਦੇ ਹਨ ਕਿ ਵੇਦਾਂ ਤੇ ਕਤੇਬਾਂ ਦੇ ਵਿੱਚ ਵਾਹਿਗੁਰੂ ਕਿਤੇ ਨਹੀਂ ਆਇਆ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਇਹ ਵਾਹਿਗੁਰੂ ਸ਼ਬਦ ਜੋ ਹੈ ਨਾ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਕਲਗੀਧਰ ਜੀ ਅੱਗੇ ਸ੍ਰੀ ਸਰਬ ਸਲੋਕ ਗ੍ਰੰਥ ਵਿੱਚ ਫਰਮਾਉਂਦੇ ਹਨ, ਸਾ ਮੰਤਰ ਪ੍ਰਭ ਖਾਲਸਹਿ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ। ਉਹ ਮੰਤਰ ਫਿਰ ਬੀਜ ਮੰਤਰ ਵਾਹਿਗੁਰੂ, ਇਹ ਬੀਜ ਮੰਤਰ ਸ਼ਬਦ ਜੋ ਹੈ ਨਾ ਵਾਹਿਗੁਰੂ ਪਦ ਪਾਵਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਔਰ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਕਥਨ ਕਰ ਰਹੇ ਹਨ ਕਿ ਅੰਮ੍ਰਿਤ ਨੂਰੂਪ ਇਹ ਵਾਹਿਗੁਰੂ ਦਾ ਨਾਮ ਲੈਣ ਦੇ ਨਾਲ ਮਨ ਸਭ ਸੁਖ ਪਾਏ। ਜਿਨ੍ਹਾਂ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਜਪਿਆ, ਭਾਵੇਂ ਕੋਈ ਅਨਪੜ੍ਹ ਹੈ ਭਾਵੇਂ ਕੋਈ ਵਿਦਵਾਨ ਹੈ, ਜਿਸ ਨੇ ਵੀ ਇਸ ਵਾਹਿਗੁਰੂ ਮੰਤਰ ਨੂੰ ਮਾਈ ਨੇ ਜਪ ਲਿਆ, ਭਾਈ ਨੇ ਜਪ ਲਿਆ, ਬਜ਼ੁਰਗ ਨੇ ਜਪ ਲਿਆ, ਬੱਚੇ ਨੇ ਜਪ ਲਿਆ। ਇਹ ਨਹੀਂ ਕਿ ਕਿਸੇ ਨੂੰ ਮਨਾ ਹੈ, ਹਾਂ ਮਨਾ ਕਿਸੇ ਨੂੰ ਨਹੀਂ, ਪਰ ਜਪਣ ਦੇ ਨਾਲ ਹੀ ਕਲਿਆਣ ਹੋਣੀ, ਗੱਲਾਂ ਕਰਨ ਨਾਲ ਨਹੀਂ। ਸੋ ਉਸ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ, ਇਸ ਦੁਨੀਆ ਦੇ ਸੁੱਖ, ਪਰਲੋਕ ਦੇ ਸੁੱਖ, ਸੁਖਾਂ ਦੀ ਇੱਛਾ ਹੀ ਨਹੀਂ ਉਹਨਾਂ ਨੂੰ ਰਹਿ ਗਈ। ਇਹੋ ਜੀ ਦਾਤ ਪ੍ਰਾਪਤ ਹੋਈ। ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਨੂੰ ਰਸਨ ਚਾਖਿਓ, ਜ਼ੁਬਾਨ ਦੇ ਨਾਲ ਚਖਿਆ ਭਾਵ ਉਚਾਰਨ ਕੀਤਾ। ਵਾਹਿਗੁਰੂ ਵਾਹਿਗੁਰੂ ਪ੍ਰੇਮ ਦੇ ਨਾਲ ਉਚਾਰੀ ਗਏ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸ਼੍ਰਵਣੀ ਸੁਣੀਜੈ ਅੰਮ੍ਰਿਤ ਕਥਾ, ਜਾ ਸੁਣੀ ਮਨ ਹੋਏ ਪ੍ਰਗਾਸਾ, ਦੁਖ ਦਰਦ ਸਗਲੇ ਲਥਾ। ਸੋ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਜਪਿਆ। ਕੋਈ ਕੰਮ ਵਿਹਾਰ ਨੂੰ ਚੱਲੇ, ਤੁਰਦਿਆਂ ਚਲੇ ਜਾ ਰਹੇ ਮਾਰਗ ਵਿੱਚ, ਮਾਰਗ ਚਲਤ ਹਰੇ ਹਰ ਗਾਈਏ, ਤੁਰਦਿਆਂ ਚੱਲਦਿਆਂ ਤਾਂ ਵੀ ਵਾਹਿਗੁਰੂ ਵਾਹਿਗੁਰੂ ਗਾਈ ਗਏ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਫਿਰ ਅਭਿਆਸ ਬਣ ਗਿਆ। ਉੱਠਦਿਆਂ ਬੈਠਿਆ ਔਰ ਸੁੱਤਿਆਂ ਵੀ ਗੁਰੂ ਕੇ ਪਿਆਰਿਓ ਫਿਰ ਵਾਹਿਗੁਰੂ ਮੁਖ ਤੋਂ ਨਿਕਲਿਆ। ਸਤਿਗੁਰੂ ਜੀ ਫਰਮਾਉਂਦੇ ਹਨ, ਇਹੋ ਜੀ ਦਾਤ ਪ੍ਰਾਪਤ ਹੋਈ ਜਿਨ੍ਹਾਂ ਇਸ ਵਾਹਿਗੁਰੂ ਨੂੰ ਜਪਣ ਰੂਪ ਚਖਿਆ ਨਾ, ਖਾਧਾ ਨਾ ਭੋਜਨ, ਅੰਮ੍ਰਿਤ ਭੋਜਨ ਛਕਿਆ ਜਿਨੇ। ਤੇ ਜਨ ਤ੍ਰਿਸ਼ਨ ਉਹ ਜੋ ਹਨ ਤ੍ਰਿਪਤ ਅਗਾਏ, ਤੇਹ ਜਨ ਤ੍ਰਿਪਤ ਅਗਾਏ। ਉਹ ਅਗਾਏ ਇਸ ਲੋਕ ਦੇ ਪਦਾਰਥਾਂ ਵੱਲੋਂ, ਤ੍ਰਿਪਤ ਹੋ ਗਏ ਪਰਲੋਕ ਦੇ ਪਦਾਰਥਾਂ ਵੱਲੋਂ, ਭਾਵ ਉਹਨਾਂ ਨੂੰ ਲੋਕ ਪਰਲੋਕ ਦੇ ਪਦਾਰਥਾਂ ਦੀ ਕੋਈ ਵੀ ਭੁੱਖ ਨਹੀਂ ਰਹਿ ਗਈ। ਜੇਹ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤੇਹ ਪਿਆਰ। ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਸੋ ਭਲੀ ਪ੍ਰਕਾਰ ਦੇ ਨਾਲ ਪ੍ਰਸੰਨ ਹੋਏ ਆ, ਉਹਨਾਂ ਦੀ ਕੀ ਨਿਸ਼ਾਨੀ ਹੈ? ਹਰੇਕ ਚੀਜ਼ ਦੀ ਨਿਸ਼ਾਨੀ ਹੁੰਦੀ ਹੈ ਨਾ, ਵੀ ਇਹਦੇ ਚਾਹ ਲੱਛਣ ਪਏ ਜਾਣ ਤੇ ਇਹ ਬੰਦਾ ਜਾਣਿਆ ਜਾਵੇਗਾ ਕਿ ਇਸ ਪ੍ਰਕਾਰ ਦਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੀ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੈ, ਤੇ ਉਹਨਾਂ ਦੀ ਕੀ ਨਿਸ਼ਾਨੀ ਹੈ? ਸਤਿਗੁਰੂ ਆਪ ਹੀ ਇਸ ਦਾ ਉੱਤਰ ਦਿੰਦੇ ਹਨ। ਸਤ ਸੰਗਤ ਤੇ ਪਿਆਰ। ਪਿਆਰਿਓ, ਉਸ ਗੁਰਮੁਖ ਦਾ ਸਤ ਸੰਗਤ ਦੇ ਨਾਲ ਪਿਆਰ ਹੁੰਦਾ ਹੈ, ਬਹੁਤ ਹੀ ਗੂੜਾ ਪਿਆਰ ਪੈ ਜਾਂਦਾ ਹੈ ਸੰਗਤ ਦੇ ਨਾਲ। ਹਰ ਗੁਰ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕੀਓ ਉਧਾਰ।
ਜਿਸ ਗੁਰਮੁਖ ਪਿਆਰੇ ਨੇ ਧੰਨ ਗੁਰੂ ਨਾਨਕ ਦੇਵ ਜੋ ਹਰੀ ਪਰਮਾਤਮਾ ਦਾ ਸਰੂਪ ਹਨ, ਸਤਿਗੁਰੂ ਜੀ ਦੇ ਚਰਨਾਂ ਨੂੰ ਪਰਸਿਆ ਹੈ, ਉਹਨੇ ਆਪਣੀਆਂ ਸਾਰੀਆਂ ਕੁਲਾਂ ਹੀ ਧਾਰ ਲੀਆਂ। ਉਹ ਮੁਕਤ ਆਪ ਮੁਕਤ ਹੋ ਗਿਆ, ਆਪਣੀਆਂ ਸਾਰੀਆਂ ਕੁਲਾਂ ਨੂੰ ਉਹਨੇ ਮੁਕਤ ਕਰ ਲਿਆ। ਸੱਚ ਸਭਾ ਦੀ ਬਾਣ ਸੱਚ, ਸੱਚੇ ਪਹਿ ਧਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਦੀ ਜੋ ਸਭਾ ਹੈ ਨਾ, ਇਹ ਦੀਵਾਨ ਸਜਿਆ ਹੈ, ਇਹ ਸੱਚਾ ਹੈ ਆਪ ਜੀ ਦਾ। ਸਤ ਸੰਗਤ ਰੂਪੀ ਸਭਾ ਆਪ ਜੀ ਦੀ ਸੱਚੀ ਹੈ। ਔਰ ਦੀਵਾਨ ਸੱਚ, ਦੀਵਾਨ ਕਹੀਏ ਆਸਰਾ, ਆਪ ਜੀ ਦਾ ਆਸਰਾ ਸੱਚਾ ਹੈ। ਸੋ ਝੂਠੇ ਹਨ ਆਸਰੇ ਦੁਨੀਆ ਦੇ, ਪਰ ਆਪ ਜੀ ਦਾ ਆਸਰਾ ਜਿਨ੍ਹਾਂ ਨੇ ਤੱਕਿਆ, ਜਿਨ੍ਹਾਂ ਨੇ ਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਆਸਰਾ ਤੱਕਿਆ, ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਪਿਆ। ਜਿਨ੍ਹਾਂ ਨੇ ਝੂਠਿਆਂ ਦੇ ਆਸਰੇ ਤੱਕੇ, ਬੜਾ ਮਨ ਦੇ ਵਿੱਚ ਉਹਨਾਂ ਧਾਰਿਆ ਕਿ ਸਾਡਾ ਕਾਰਜ ਸਵਾਰ ਦੇਣਗੇ, ਸਾਡੇ ਕੰਮ ਆਉਣਗੇ, ਪਰ ਜਦੋਂ ਕੰਮ ਪਿਆ ਉਸ ਵੇਲੇ ਕੰਮ ਨਾ ਆਏ, ਲੋੜ ਪਈ ਕੰਮ ਨਾ ਆਏ, ਉਸ ਵੇਲੇ ਫਿਰ ਵੇਖਿਆ ਕਿ ਇਹ ਤੇ ਝੂਠੇ ਹੀ ਆਸਰੇ ਆ। ਆਪ ਜੀ ਦਾ ਆਸਰਾ ਵੀ ਸੱਚਾ ਹੈ। ਸੋ ਸੱਚਾ ਪਹਿ ਧਰਿਓ। ਆਪ ਜੀ ਸਿੱਖ ਨੂੰ ਸੋ ਸੱਚੇ ਵਾਹਿਗੁਰੂ ਦੇ ਪਾਸ ਰੱਖ ਦਿੰਦੇ ਹੋ, ਵਾਹਿਗੁਰੂ ਦੇ ਪਾਸ ਪਹੁੰਚਾ ਦਿੰਦੇ ਹੋ। ਸੱਚਾ ਤਖਤ ਨਿਵਾਸ, ਸੱਚ ਤਪਾਵਸ ਕਰਿਓ। ਗਰੀਬ ਨਵਾਜ, ਆਪ ਜੀ ਗੁਰਗੱਦੀ ਦੇ ਸੱਚੇ ਤਖਤ ਦੇ ਉੱਪਰ ਆਪ ਜੀ ਨੇ ਜੋ ਵਾਸਾ ਕੀਤਾ, ਇਸ ਤਖਤ ਵੀ ਆਪ ਜੀ ਦਾ ਸੱਚਾ ਹੈ। ਔਰ ਸੱਚ ਸਿੰਘਾਸਨ ਤੇ ਬੈਠ ਕੇ ਆਪ ਜੀ ਨੇ ਜੋ ਤਪਾਵਸ ਨਿਆਂ ਕੀਤਾ, ਉਹ ਵੀ ਸੱਚਾ ਹੀ ਕੀਤਾ। ਸੋ ਸਤਿਗੁਰੂ ਜੀ ਦੀ ਸ਼ਰਨ ਆਇਆ ਸਿੱਖ, ਸੋ ਅਰਜ ਸਤਿਗੁਰੂ ਜੀ ਦੇ ਚਰਨਾਂ 'ਚ ਕੀਤੀ ਅਰਦਾਸ, ਮਹਾਰਾਜ ਆਏ ਪ੍ਰਭ ਪਹਿ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ। ਪ੍ਰਭ ਹਸ ਬੋਲੇ ਕੀਏ ਨੇ ਆਏ, ਸਗਲ ਦੂਤ ਮੇਰੀ ਸੇਵਾ ਲਾਏ। ਗਰੀਬ ਨਵਾਜ ਜੀ, ਬੜਾ ਕਸ਼ਟ ਹੈ, ਬੜਾ ਹੀ ਇਹ ਖੇਦ ਦਿੰਦੇ ਹਨ। ਪੰਜ ਦੂਤ ਜੋ ਬਹੁਤ ਸੰਤਾਵਤ ਤੇ ਭਿਆਨਕ ਭਇਆ, ਸਤਿਗੁਰੂ ਗਰੀਬ ਨਵਾਜ ਜੀ ਨੇ ਕੀਤੀ ਕਿਰਪਾ। ਇਹ ਪੰਜੇ ਜਿਹੜੇ ਸੀ, ਇੱਕ ਖਿਣ ਵੀ ਵਾਹਿਗੁਰੂ ਦਾ ਨਾਮ ਨਹੀਂ ਸੀ ਲੈਣ ਦਿੰਦੇ। ਕਰ ਕਰ ਅਗ ਹਾਰਿਓ ਅਨਕ ਬਹੁ ਭਾਤੀ, ਛੋਡੇ ਕਤਹੂ ਨਾਹੀ। ਬਹੁਤ ਹੀ ਯਤਨ, ਬਹੁਤੇ ਤਰੀਕਿਆਂ ਦੇ ਨਾਲ ਲਾ ਕੇ ਹਾਰ ਗਏ, ਪਰ ਇਹ ਛੱਡਦੇ ਨਹੀਂ, ਖਹਿੜੇ ਨਹੀਂ ਛੱਡਦੇ। ਜੇ ਇੱਕ ਵੱਲੋਂ ਥੋੜਾ ਜਿਹਾ ਮਨ ਉਪਰਾਮ ਹੁੰਦਾ, ਦੂਜਾ ਆ ਢਾਉਂਦਾ, ਉਹ ਘੇਰ ਲੈਂਦਾ। ਸੋ ਸਤਿਗੁਰੂ ਗਰੀਬ ਨਵਾਜ ਜੀ ਨੇ ਕੀਤੀ ਕਿਰਪਾ, ਆਪਣੀ ਸ਼ਰਨ ਪਏ ਜਾਣ ਕੇ ਮਿਹਰ ਦੀ ਨਿਗਾਹ ਨਾਲ ਤੱਕਿਆ, ਤੇ ਇਹ ਪੰਜੇ ਦੂਤ ਜਿਹੜੇ ਸੇਵਾ 'ਚ ਲਾਤੇ। ਹੁਣ ਸੇਵਾ 'ਚ ਕਿਵੇਂ ਲਾਏ? ਜੋ ਲਾਲਚ ਸੀ ਦੁਨੀਆ ਦਾ ਧਨ ਇਕੱਠਾ ਕਰਨ ਦਾ, ਝੂਠਾ ਧਨ ਨੂੰ ਇਕੱਠਾ ਕਰਕੇ ਫਿਰ ਹੰਕਾਰ ਵਾਧਾ, ਸਗੋਂ ਮੇਰੇ ਕੋਲ ਇੰਨਾ ਧਨ, ਉਹ ਲਾਲਚ ਜਿਹੜਾ ਹੁਣ ਇਹ ਲਾਲਚ ਹੋ ਤਾਂ ਉਹ ਗੁਣ ਉਚਰੋ। ਵਾਹਿਗੁਰੂ ਦੇ ਗੁਣਾਂ ਦਾ ਗਾਉਣ ਦਾ ਲਾਲਚ ਮਨ ਦੇ ਵਿੱਚ ਆ ਗਿਆ। ਇਸ ਤਰ੍ਹਾਂ ਇਹ ਲੋਭ ਵੀ ਇਹ ਸੇਵਾ 'ਚ ਲੱਗ ਗਿਆ। ਕਾਮ ਜੋ ਹੈ ਇਹ ਵਸਤੂ ਵਿਚਾਰ ਦੇ ਦੁਆਰਾ ਔਰ ਸਤਿਗੁਰੂ ਜੀ ਦੇ ਹੁਕਮ ਦੁਆਰਾ, ਮਹਾਰਾਜ ਜੀ ਨੇ ਹੁਕਮ ਕੀਤਾ ਨਾ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਸੋ ਆਪਣੇ ਤੋਂ ਵੱਡੀਆਂ ਜੋ ਪਰਾਈਆਂ ਔਰਤਾਂ ਹਨ ਵੱਡੀ ਉਮਰ ਦੀਆਂ, ਉਹ ਮਾਤਾ ਦੇ ਤੁੱਲ ਜਾਣੀਆਂ, ਮਾਤਾ ਜਾਣ ਕੇ ਉਹਨਾਂ ਦਾ ਸਤਿਕਾਰ ਕਰਨਾ। ਬਰਾਬਰ ਦੀਆਂ ਨੂੰ ਭੈਣਾਂ ਜਾਣ ਕੇ, ਸਗੀ ਭੈਣ ਹੋਵੇ ਕਿੱਡਾ ਵੀ ਕੋਈ ਕਰਮੀ ਹੋਵੇ, ਭੈੜਾ ਹੋਵੇ, ਉਹ ਆਪਣੀ ਸਗੀ ਭੈਣ ਵੱਲ ਕੋਈ ਮਾੜੀ ਨਿਗਾਹ ਨਾਲ ਤੱਕੇਗਾ? ਕਦੀ ਨਹੀਂ ਤੱਕਦਾ। ਇਸੇ ਤਰ੍ਹਾਂ
ਸੋ ਸਾਰਿਆਂ ਨੂੰ ਬਰਾਬਰ ਦੀਆਂ ਨੂੰ ਆਪਣੀ ਇੱਕ ਸਿੰਘਣੀ ਤੋਂ ਬਿਨਾਂ ਭੈਣਾ ਜਾਣ ਕੇ ਤੇ ਸਤਿਕਾਰ ਦੇਣਾ, ਛੋਟੀਆਂ ਨੂੰ ਧੀਆਂ ਜਾਣ ਕੇ। ਇਸ ਪ੍ਰਕਾਰ ਨਾਲ ਇਹ ਵਿਸ਼ਾ ਵੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਨਿਵਰਤ ਕਰ ਦਿੱਤਾ। ਹੰਕਾਰ, ਅੱਗੇ ਹੰਕਾਰ ਆਉਂਦਾ ਸੀ, ਮੇਰੇ ਕੋਲ ਸਰੀਰ 'ਚ ਇੰਨਾ ਬਲ ਹੈ, ਮੈਂ ਬੋਲਦਾ ਸੋਹਣਾ, ਮੇਰੇ ਕੋਲ ਇੰਨੀ ਮਾਇਆ ਹੈ, ਮੇਰੇ ਕੋਲ ਆਹ ਹੁਨਰ ਹੈ, ਇਹਨਾਂ ਚੀਜ਼ਾਂ ਦੇ ਹੰਕਾਰ ਚੱਕੀ ਫਿਰਦਾ ਸੀ। ਪਰ ਹੁਣ ਸਤਿਗੁਰੂ ਜੀ ਤੇ ਮਾਣ, ਭਰੋਸਾ, ਦ੍ਰਿੜਤਾ, ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣਹਾਰੇ। ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਮਾਣ ਨਿਮਾਣੇ ਤੂੰ ਧਣੀ, ਤੇਰਾ ਪ੍ਰਵਾਸਾ। ਮੇਰਾ ਮਾਣ ਤੇ ਤੂੰ ਆ ਨਿਮਾਣੇ ਦਾ, ਤੇਰਾ ਹੀ ਭਰੋਸਾ ਹੈ। ਹੋਰ ਆਪ ਜੀ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ, ਕਿਸੇ ਦਾ ਮਾਣ ਨਹੀਂ ਸਾਨੂੰ। ਗਰੀਬ ਨਵਾਜ਼, ਤੁਸੀਂ ਨਿਮਾਣਿਆਂ ਦੇ ਮਾਣ ਹੋ, ਤੇ ਨਿਮਾਣਿਆਂ ਦੇ ਮਾਣ ਜਦੋਂ ਨਿਮਾਣਾ ਹੋ ਕੇ ਸਤਿਗੁਰੂ ਜੀ ਦੀ ਚਰਣੀ ਪੈ ਗਿਆ ਤੇ ਆਪੇ ਸਤਿਗੁਰੂ ਜੀ ਨਿਮਾਣਿਆਂ ਨੂੰ ਮਾਣ ਦੇਣ ਵਾਲੇ। ਗੁਰੂ ਕੇ ਪਿਆਰਿਓ, ਖਿਨ ਮਹਿ ਨੀਚ ਕੀਟ ਕਉ ਰਾਜ, ਖਿਨ ਮਾਤਰ ਦੇ ਵਿੱਚ ਕੀੜਿਆਂ ਨੂੰ, ਨੀਚਾਂ ਨੂੰ ਰਾਜੇ ਥਾਪਣ ਵਾਲੇ ਹਨ ਸਤਿਗੁਰੂ ਗਰੀਬ ਨਵਾਜ਼, ਔਰ ਥਾਪਿਆ ਵੀ ਆ ਗੁਰ ਇਤਿਹਾਸ ਵਿੱਚ। ਇਸੇ ਪ੍ਰਕਾਰ ਬਾਕੀ ਵਿਸ਼ੇ ਵੀ ਜਾਣ ਲਓ। ਧੰਨ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਆਪ ਜੀ ਦਾ ਜੋ ਆਸਰਾ ਨਾ, ਸੱਚਾ ਆਸਰਾ, ਜੋ ਆਪ ਜੀ ਦੀ ਸ਼ਰਨ ਪਿਆ, ਉਹਨੂੰ ਆਪ ਜੀ ਨੇ ਕਿਰਪਾ ਕਰਕੇ ਇਹ ਸੱਚਾ ਨਿਆਮ ਬਖਸ਼ਿਸ਼ ਕੀਤਾ ਹੈ। ਸੱਚ ਸਿਰਜਿਓ ਸੰਸਾਰ, ਆਪ ਭੁੱਲ ਨਾ ਭੁੱਲੋ। ਆਪ ਜੀ ਨੇ ਜੋ ਇਹ ਸੰਸਾਰ ਦੀ ਸਿਰਜਣਾ ਕੀਤੀ ਹੈ ਨਾ, ਇਹ ਵੀ ਸੱਚ ਹੀ ਹੈ। ਜਿਸ ਪ੍ਰਕਾਰ ਦੇ ਨਾਲ ਆਪ ਸੱਚੇ ਹੋ, ਉਸੇ ਤਰ੍ਹਾਂ ਆਪ ਜੀ ਦੀ ਰਚਨਾ ਵੀ ਸੱਚੀ ਹੈ। ਆਪ ਸਤ ਧਾਰੀ ਸਭ ਸਾਥ। ਸੋ ਵਿਵਰਤਵਾਦ ਇੱਥੇ ਕਥਨ ਕਰ ਰਹੇ ਹਨ। ਜਿਸ ਪ੍ਰਕਾਰ ਦੇ ਨਾਲ ਸੋਨੇ ਦੀ ਡਲੀ ਹੈ, ਡਲੀ ਤੋਂ ਗਹਿਣੇ ਬਣੇ। ਹੁਣ ਡਲੀ ਰੂਪ ਵਟਾ ਕੇ ਗਹਿਣੇ ਬਣ ਗਈ, ਪਰ ਉਹਦੇ ਵਿੱਚੋਂ ਸੋਨਾ ਤਾਂ ਨਹੀਂ ਕਿਤੇ ਗਿਆ, ਉਹ ਰੂਪ ਹੀ ਵਟਿਆ, ਉਹ ਸਾਰਾ ਸੋਨਾ ਹੀ ਹੈ। ਜਿਸ ਪ੍ਰਕਾਰ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠੀਆਂ, ਲਹਿਰਾਂ ਪਾਣੀ ਤੋਂ ਵੱਖਰੀਆਂ ਤਾਂ ਨਹੀਂ ਕੁਝ, ਉਹ ਜਲ ਦਾ ਹੀ ਰੂਪ ਹੈ ਨਾ। ਖੰਡ ਦੇ ਕੋਈ ਖਿਡੌਣੇ ਬਣਾ ਲਏ, ਕੋਈ ਟੌਫੀਆਂ ਬਣਾ ਲਏ, ਟੌਫੀਆਂ ਦੇ ਵਿੱਚ ਕਈ ਪ੍ਰਕਾਰ ਬਣਾ ਲਏ, ਪਰ ਹੈ ਤੇ ਉਹ ਸਾਰੇ ਖੰਡ ਦੇ ਖਿਡੌਣੇ। ਜੋ ਚਖਿਆ ਤਾਂ ਉਹ ਸਾਰੇ ਵਿੱਚ ਖੰਡ। ਇਸੇ ਪ੍ਰਕਾਰ ਇਹ ਜਿੰਨੇ ਵੀ ਰੂਪ ਧਾਰੇ ਆ ਸੱਚੇ ਪਾਤਸ਼ਾਹ ਗਰੀਬ ਨਵਾਜ਼, ਇਹ ਆਪ ਜੀ ਦੀ ਰਚਨਾ, ਆਪ ਜੀ ਤੋਂ ਭਿੰਨ ਨਹੀਂ ਹੈ। ਆਪ ਜੀ ਨੇ ਸੰਸਾਰ ਜੋ ਹੈ ਨਾ, ਸੱਚੇ ਵਾਹਿਗੁਰੂ ਜੀ, ਆਪ ਜੀ ਨੇ ਸੰਸਾਰ ਸਿਰਜਣਾ ਕੀਤਾ। ਆਪ ਅਭੁੱਲ ਹੋ ਨਾ ਭੁੱਲੋ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਦੁਨੀਆ ਦੇ ਵਿੱਚ ਸਾਰੇ ਵੱਡੇ ਤੋਂ ਵੱਡੇ ਸਿਆਣੇ ਭੁੱਲਣ ਵਾਲੇ ਹਨ, ਸਿਆਣੇ ਕਹਾਉਣ ਵਾਲੇ ਵੀ ਭੁੱਲ ਜਾਂਦੇ ਆ, ਪਰ ਇੱਕ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦੇ ਸਰੂਪ ਸਤਿਗੁਰੂ ਜੀ ਨਹੀਂ ਭੁੱਲਦੇ। ਬਾਕੀ ਸਾਰੇ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਸਾਰੇ ਜੀਵ ਭੁੱਲਣ ਵਿੱਚ ਹਨ। ਇੱਕ ਗੁਰੂ ਜੀ, ਇੱਕ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ ਭੁੱਲਣ ਤੋਂ ਰਹਿਤ ਹਨ। ਜਾਂ ਕਰਤਾਰ ਦਾ ਸਰੂਪ ਸਤਿਗੁਰੂ ਜੀ ਭੁੱਲਣ ਤੋਂ ਰਹਿਤ ਹਨ। ਰਤਨ ਨਾਮ ਅਪਾਰ, ਕੀਮ ਨਹੁ ਪਵੈ ਅਮੁੱਲੋ। ਆਪ ਜੀ ਦਾ ਸੱਚੇ ਪਾਤਸ਼ਾਹ ਨਾਮ ਰਤਨ ਜੋ ਹੈ ਨਾ, ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਇਹਦੀ ਕੀਮਤ ਨਹੀਂ ਪੈਂਦੀ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਵੇਖੋ ਵਾਹਿਗੁਰੂ ਦਾ ਨਾਮ, ਨਾ ਇਹਦੀ ਕੀਮਤ ਪੈਂਦੀ ਕਿਤੇ ਵੇਦਾਂ ਸ਼ਾਸਤਰਾਂ ਕਰਕੇ।
ਨਾ ਗਿਆਨ ਧਿਆਨ ਕਰਕੇ, ਨਾ ਜਗ ਕਰਕੇ, ਨਾ ਤਪੱਸਿਆ ਕਰਕੇ ਕੀਮਤ ਪੈਂਦੀ ਹੈ। ਵਾਹਿਗੁਰੂ ਦਾ ਨਾਮ ਇਹੋ ਜਿਹਾ ਅਮੋਲਕ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਗੁਰੂ ਕੇ ਪਿਆਰੇ, ਉਹ ਵੀ ਬੇਕੀਮਤੇ ਹੋ ਗਏ। ਉਹਨਾਂ ਦੀ ਕੀਮਤ ਵੀ ਕਿਸੇ ਪਾਸੋਂ ਨਹੀਂ ਪਾਈ ਗਈ। ਸਾਰੀ ਦੁਨੀਆ ਜਿਸ ਪ੍ਰਕਾਰ ਦੇ ਨਾਲ ਨਾਮ ਦੀ ਕੀਮਤ ਨਹੀਂ ਨਾ ਕੋਈ ਪਾ ਸਕਦਾ, ਜਿਨ੍ਹਾਂ ਨੇ ਨਾਮ ਜਪ ਲਿਆ ਉਹਨਾਂ ਦੀ ਵੀ ਕੀਮਤ ਨਹੀਂ ਪੈਂਦੀ ਹੈ। ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂ ਪਾਏ। ਜਿਨ੍ਹਾਂ ਜਿਨ੍ਹਾਂ ਦੇ ਉੱਪਰ ਕਿਰਪਾਲੂ ਹੋਏ ਹਨ ਗੋਬਿੰਦ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਗੋਬਿੰਦ ਜਿਨ੍ਹਾਂ ਤੇ ਕਿਰਪਾਲੂ ਹੋਏ, ਉਹਨਾਂ ਨੇ ਸਾਰੇ ਹੀ ਸੁਖ ਵਾਹਿਗੁਰੂ ਨਾਮ ਨੂੰ ਜਪ ਕੇ ਪ੍ਰਾਪਤ ਕਰ ਲਏ ਹਨ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਨ ਨ ਆਏ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਆ ਕਰਕੇ ਭਾਵਨਾ ਦੇ ਨਾਲ ਪਰਸਿਆ, ਜਿਨ੍ਹਾਂ ਨੇ ਦਰਸ਼ਨ ਕੀਤੇ, ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦੇ ਦਰਸ਼ਨ ਇਹੋ ਜਿਹੇ ਹਨ, ਨਿਮਖ ਮਾਤਰ ਹੀ ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹਨਾਂ ਦਾ ਨਿਸਤਾਰਾ ਹੋ ਗਿਆ। ਨਿਮਖ ਮਾਤਰ ਹੀ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਸੁਣ ਲਿਆ ਇਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੂੰ, ਵੱਡੇ ਵੱਡੇ ਚੋਰ, ਭੂਮੀਆਂ ਜੈਸੇ ਚੋਰ, ਸੱਜਣ ਜੈਸੇ ਠੱਗ, ਹੋਰ ਕਿੰਨਿਆਂ ਦੀ ਗਿਣਤੀ ਕਰੀਏ, ਸਾਰੇ ਗੁਰੂ ਕੇ ਪਿਆਰਿਓ ਨਿਹਾਲ ਹੋ ਗਏ। ਉਹ ਫਿਰ ਦੁਬਾਰਾ ਜੋਨ ਗਰਭ ਜੋਨ ਵਿੱਚ ਨਹੀਂ ਆਏ, ਭਾਵ ਜੰਮਣ ਮਰਨ ਵਿੱਚ ਨਹੀਂ ਆਏ ਹਨ। ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਤ ਕਰੀਐ। ਦੱਸੋ ਕਿਹੜਾ ਯੋਗ? ਸੋ ਯੋਗ ਵੀ ਬਹੁਤ ਤਰ੍ਹਾਂ ਦਾ ਕਥਨ ਕਰਦੇ ਆ ਨਾ, 64 ਪ੍ਰਕਾਰ ਦਾ ਯੋਗ ਸੋ ਗ੍ਰੰਥਾਂ ਦੇ ਵਿੱਚ ਕਥਨ ਕੀਤਾ ਹੈ। ਕਿਹੜਾ ਯੋਗ? ਕਿਸ ਯੋਗ ਦੁਆਰਾ? ਪਤੰਜਲੀ ਜਿਹੜਾ ਹੈ ਉਹਨਾਂ ਦੀ ਦੱਸੀ ਵਿਧੀ ਦੁਆਰਾ ਜਾਂ ਸਾਂਖੀਆਂ ਦੀ ਵਿਧੀ ਦੁਆਰਾ ਕਿਹੜਾ ਯੋਗ ਧਾਰਨ ਕਰਕੇ, ਸੋ ਔਰ ਕਿਹੜਾ ਗਿਆਨ? ਗਿਆਨ ਕਹਿੰਦੇ ਆ, ਕਹਿਣ ਲੱਗੇ ਪੰਜੀ ਪ੍ਰਕਿਰਤੀਆਂ ਦੇ ਜਿਹੜਾ ਨਾ, ਪੰਜੀ ਪ੍ਰਕਿਰਤੀਆਂ ਨੂੰ, ਪੰਜਾਂ ਤੱਤਾਂ ਦੀਆਂ ਨੂੰ ਜਿਹਨੇ ਜਾਣ ਲਿਆ ਉਹਨੂੰ ਕਹਿੰਦੇ ਗਿਆਨਵਾਨ ਹੋ ਗਿਆ। ਇਹ ਸਾਂਖੀ ਸੋ ਕਹਿੰਦੇ ਹਨ। ਸੋ ਇਸ ਪ੍ਰਕਾਰ ਦੇ ਨਾਲ ਪਤੰਜਲੀ ਕਹਿੰਦੇ ਧਿਆਨ। ਸੋ ਕਿਹੜਾ ਯੋਗ ਔਰ ਕਿਹੜਾ ਗਿਆਨ ਤੇ ਕਿਹੜਾ ਧਿਆਨ ਦੱਸੋ, ਕਥਨ ਕਰੀਏ, ਧਾਰਨ ਕਰੀਏ, ਕਵਨ ਵਿਦ ਉਸਤਤ ਕਰੀਏ। ਇਹ ਸਾਰੇ ਹੀ ਸੱਚੇ ਪਾਤਸ਼ਾਹ ਯੋਗ, ਗਿਆਨ, ਧਿਆਨ ਇਹਨਾਂ ਨੂੰ ਧਾਰਨ ਕਰਕੇ ਅਥਵਾ ਔਰ ਕਵਨ ਵਿਦ ਕਿਹੜੀ ਵਿਧੀ ਦੁਆਰਾ ਆਪ ਜੀ ਦੀ ਉਸਤਤ ਕਰੀਏ। ਆਪ ਜੀ ਦੀ ਉਸਤਤ ਇਹਨਾਂ ਸਾਰਿਆਂ ਦੇ ਕਰਕੇ ਹੀ ਸੰਪੂਰਨ ਨਹੀਂ ਹੁੰਦੀ। ਰਸਨਾ 1000 ਮੂੰਹ ਤੇ 2000 ਰਸਨਾ ਦੇ ਨਾਲ ਭਾਵੇਂ ਸ਼ੇਸ਼ ਨਾਗ ਸਦਾ ਹੀ ਆਪ ਜੀ ਦੇ ਗੁਣ ਗਾਉਂਦਾ ਰਹੇ। ਨਿਤ ਨਵੇਂ ਸੂਰਜ ਕਹਿੰਦੇ ਨਵਾਂ ਨਾਮ, ਨਵੇਂ ਵਾਹਿਗੁਰੂ ਜੀ ਦੇ 2000 ਨਾਮ ਉਚਾਰਨ ਕਰਦਾ, ਪਰ ਸੱਚੇ ਪਾਤਸ਼ਾਹ ਆਪ ਜੀ ਦੀ ਉਸਤਤ ਸੰਪੂਰਨ ਨਹੀਂ ਹੁੰਦੀ। ਤਾਂ ਆਪ ਜੀ ਦੀ ਉਸਤਤ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਰੀ ਧਰਤੀ ਦਾ ਕਾਗਜ਼ ਬਣਾ ਕੇ, ਸਤਾਂ ਸਮੁੰਦਰਾਂ ਦੀ ਸਿਆਹੀ ਬਣਾ ਕਰਕੇ, ਸਾਰੀ ਧਰਤੀ ਦੀ ਬਨਾਸਪਤੀ ਨੂੰ ਕਲਮ ਬਣਾ ਕਰਕੇ, ਔਰ ਸਰਸਤੀ ਭਗਤਾ ਬਣ ਕੇ 2 ਕਰੋੜ ਗਣੇਸ਼ ਜੋ ਹਨ, ਗਣੇਸ਼ ਬੜਾ ਤੇਜ ਲਿਖਾਰੀ ਮੰਨਿਆ, ਇਹਨਾਂ ਨੂੰ ਲਾ ਕਰਕੇ ਕਿਤੇ ਸਾਰੇ ਆਪ ਜੀ ਦੀ ਉਸਤਤ ਲਿਖਣ ਲੱਗ ਪੈਣ। ਮਹਾਰਾਜ ਆਪ ਜੀ ਦੀ ਉਸਤਤ ਤਾਂ ਵੀ ਨਹੀਂ ਸੰਪੂਰਨ ਹੁੰਦੀ। ਇਸੇ ਪ੍ਰਕਾਰ
ਪਾਉਣ ਨੂੰ ਲਾ ਦਈਏ, ਲਿਖਾਰੀ ਬਣਾ ਦਈਏ। ਸੱਚੇ ਪਾਤਸ਼ਾਹ ਤਾਂ ਵੀ ਆਪ ਜੀ ਦੀ ਉਸਤਤ ਜੋ ਹੈ ਸੰਪੂਰਨ ਨਹੀਂ ਹੁੰਦੀ। ਕਿਹੜੀ ਵਿਧੀ ਦੁਆਰਾ ਮੈਂ ਆਪ ਜੀ ਦੀ ਉਸਤਤ ਕਰਾਂ, ਕਿਹੜਾ ਯੋਗ ਧਾਰਾਂ, ਕਿਹੜਾ ਗਿਆਨ ਧਾਰਨ ਕਰਕੇ ਕਿੱਥੇ ਧਿਆਨ ਲਾਈਏ। ਵੱਖੋ ਵੱਖ ਤਰੀਕਿਆਂ ਦੇ ਨਾਲ, ਕੋਈ ਕਹਿੰਦਾ ਤ੍ਰਿਕੁਟੀ 'ਚ ਧਿਆਨ ਲਾਓ, ਕੋਈ ਕਹਿੰਦਾ ਇਹ ਖੱਟ ਚੱਕਰਾਂ 'ਚ ਧਿਆਨ, ਕੋਈ ਕਿਸੇ ਪ੍ਰਕਾਰ ਨਾਲ। ਆਪ ਜੀ ਦੀ ਉਸਤਤ ਮਹਾਰਾਜ ਮੈਂ ਕਿਸ ਪ੍ਰਕਾਰ ਨਾਲ ਕਰਨੀ ਕਰਾਂ। ਸਿੱਧ ਸਾਧਿਕ 33 ਕੋਰ ਤਿਰ ਕੀਮ ਨਾ ਪਰੀਐ। ਇਹ ਸਾਰੇ ਗਿਆਨ ਧਿਆਨ ਯੋਗ ਉਸਤਤ ਕਰਨ ਵਾਲੇ ਨਾਗ, ਸ਼ੇਸ਼ ਨਾਗ ਆਦਿਕ ਅਤੇ ਸਿੱਧ ਜਿਨ੍ਹਾਂ ਨੇ ਸਿੱਧੀਆਂ ਜੋ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਸਾਧਕ ਜੋ ਸਾਧਨਾ ਕਰਨ ਵਾਲੇ, 33 ਕਰੋੜ ਜਿਹੜੇ ਦੇਵਤੇ ਬ੍ਰਹਮੇ ਦੇ ਸੰਕਲਪ ਦੇ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ, ਜਿਨ੍ਹਾਂ ਦਾ ਰਾਜਾ ਇੰਦਰ ਹੈ, ਗਰੀਬ ਨਵਾਜ, ਇਹ ਸਾਰੇ ਹੀ ਮਿਲ ਕਰਕੇ ਆਪ ਜੀ ਦੇ ਗੁਣ ਉਚਾਰਨ ਕਰਦੇ ਆ। ਤਿਰ ਕੀਮ ਨਾ ਪਰੀਏ, ਪਰ ਆਪ ਜੀ ਦੇ ਗੁਣਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ ਪਾਈ ਜਾਂਦੀ। ਆਪ ਜੀ ਦੇ ਗੁਣ ਇੰਨੇ ਮਹਾਨ ਹਨ, ਇਹ ਸਾਰੇ ਮਿਲ ਕਰਕੇ ਆਪ ਜੀ ਦੇ ਗੁਣਾਂ ਦੀ ਗੁਣੂ ਉਚਾਰਨ ਕਰਦੇ ਆ, ਪਰ ਤਿਲ ਮਾਤਰ ਵੀ ਕੀਮਤ ਨਹੀਂ ਪਾ ਸਕਦੇ ਹਨ। ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ। ਸੋ ਬ੍ਰਹਮਾ ਆਦਿਕ, ਇਸੇ ਤਰ੍ਹਾਂ ਸੰਕਾਦ ਜੋ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਸਾਰੇ ਮਿਲ ਕਰਕੇ ਸ਼ੇਖ ਨਾਗ ਜਿਹਦਾ ਜ਼ਿਕਰ ਹੋ ਚੁੱਕਾ ਹੈ, ਸਾਰੇ ਮਿਲ ਕਰਕੇ ਆਪ ਜੀ ਦੇ ਗੁਣ ਗਾਉਂਦੇ ਆ, ਪਰ ਗੁਣ ਅੰਤ ਨਾ ਪਾਏ। ਆਪ ਜੀ ਦੇ ਗੁਣ ਇੰਨੇ ਮਹਾਨ ਹਨ ਸੱਚੇ ਪਾਤਸ਼ਾਹ, ਉਹਨਾਂ ਦਾ ਅੰਤ ਨਹੀਂ ਪਾਰ ਉਰਾਰ ਆਉਂਦਾ। ਕਿਸੇ ਮਨੁੱਖ ਦੇ ਗੁਣ ਗਿਣਨੇ ਹੋਣ, 2-4 ਗੁਣ ਗਿਣ ਲਈਏ, ਫਿਰ ਅੱਗੋਂ ਪਰਤਾਂ ਜਿਹੜੀਆਂ ਉਹ ਔਗਣਾਂ ਦੀਆਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ। ਸਾਰੇ ਦੁਨੀਆ ਦੇ ਵਿੱਚ ਗੁਰੂ ਕੇ ਪਿਆਰਿਓ, ਸਾਰੇ ਮਨੁੱਖਾਂ ਦੇ ਵਿੱਚ, ਸਾਰੇ ਜੀਵਾਂ ਦੇ ਵਿੱਚ ਗੁਣ ਤੇ ਔਗਣ ਸਮਿਲਤ ਹਨ। ਜਿਹਨੇ ਔਗਣਾਂ ਨੂੰ ਹਿਰਦੇ ਚੋਂ ਮਾਰ ਕੇ ਕੱਢ ਲਿਆ ਗੁਰੂ ਕੇ ਸ਼ਬਦ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆ ਕੇ, ਔਰ ਸ਼ੁਭ ਗੁਣ ਧਾਰਨ ਕਰ ਲਏ ਸਾਰੇ। ਸਗਲ ਗੁਣ ਅਵਗਣ ਨਹੀਂ ਕੋਈ, ਹੋਏ ਨੀਤਾ ਨੀਤਾ। ਉਹ ਤਾਂ ਨਿਤ ਸਰੂਪ ਪਰਮੇਸ਼ਰ ਦਾ ਰੂਪ ਬਣ ਜਾਂਦੇ, ਬ੍ਰਹਮ ਗਿਆਨੀ ਮਹਾਂਪੁਰਖ ਬਣ ਜਾਂਦੇ ਹਨ। ਔਰ ਬਾਕੀ ਸਾਰਿਆਂ ਵਿੱਚ ਕਿਸੇ ਵਿੱਚ ਗੁਣ ਬਹੁਤੇ ਆ, ਔਗਣ ਘੱਟ ਹਨ, ਕਿਸੇ ਵਿੱਚ ਔਗਣ ਬਹੁਤੇ ਹਨ, ਗੁਣ ਘੱਟ ਹਨ, ਪਰ ਗੁਣ ਔਗਣ ਸਾਰਿਆਂ ਵਿੱਚ ਹੀ ਹਨ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਹਰ ਗੁਣ ਸਭ ਹੀ ਨਾਹੀ, ਹਰ ਪੂਰ ਭੰਡਾਰੀਆ। ਸਾਰੇ ਗੁਣ ਸਾਰਿਆਂ ਵਿੱਚ ਨਹੀਂ ਹਨ। ਇੱਕ ਵਾਹਿਗੁਰੂ ਜੀ ਸਾਰੇ ਸ਼ੁਭ ਗੁਣਾਂ ਦੇ ਭੰਡਾਰੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ੁਭ ਗੁਣਾਂ ਦੇ ਭੰਡਾਰੇ ਆ। ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਗੁਣ ਬਖਸ਼ਿਸ਼ ਕਰਦੇ ਹਨ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਿਰਗੁਣ ਜੇ ਸਤਿਗੁਰੂ ਜੀ ਦੀ ਸ਼ਰਨ ਆ ਜਾਏ, ਗੁਣ ਸ਼ੁਭ ਗੁਣਾਂ ਤੋਂ ਹੀਣਾ, ਤੇ ਸਤਿਗੁਰੂ ਜੀ ਉਹਨੂੰ ਵੀ ਗੁਣ ਬਖਸ਼ਿਸ਼ ਕਰਦੇ ਹਨ। ਔਰ ਬ੍ਰਹਮ ਗਿਆਨੀ ਸੋ ਔਗਣਾਂ ਨੂੰ ਜਿਨ੍ਹਾਂ ਹਿਰਦੇ ਚੋਂ ਮਾਰ ਕੇ ਕੱਢਿਆ, ਬਾਬਾ ਠਾਕੁਰ ਸਿੰਘ ਸਾਹਿਬ ਜੀ ਵਰਗੇ ਮਹਾਂਪੁਰਖ, ਜੋ ਰਾਤ ਦਿਨੇ ਸਾਰੇ ਔਗਣਾਂ ਨੂੰ ਦੂਰ ਕੱਢ ਕੇ ਇੱਕ ਵਾਹਿਗੁਰੂ ਵਾਹਿਗੁਰੂ ਨਾਮ ਦੇ ਵਿੱਚ ਹੀ ਅੱਠੇ ਪਹਿਰ ਲਿਵ ਲਾਈ ਰੱਖਦੇ ਆ। ਸੋ ਗੁਰੂ ਕੇ ਪਿਆਰਿਓ, ਜਿਨ੍ਹਾਂ ਵਿੱਚ ਗੁਣ ਪਹਿਲਾਂ ਹੀ ਆ, ਸਤਿਗੁਰੂ ਜੀ ਦੀ ਸ਼ਰਨ ਆਉਣ ਨਾਲ ਹੋਰ ਮਹਾਰਾਜ ਉਹਨਾਂ ਵਿੱਚ ਗੁਣ ਭਰ ਦਿੰਦੇ ਹਨ। ਇਹੋ ਜਿਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾਲੂ ਦਿਆਲੂ ਹਨ। ਅਗਹੋ ਗਹਿਓ ਨਹੀਂ ਜਾਏ, ਪੂਰ ਸਰਬ ਰਹਿਓ ਸਮਾਏ। ਸੋ ਅਗਾਹੋ ਪਾਠ ਕਰਨਾ, ਅੱਗਹੋ ਪਾਠ ਨਹੀਂ ਜੇ ਕਰਨਾ। ਅਗਾਹੋ ਜੋ ਪਕੜਿਆ ਨਹੀਂ ਜਾਂਦਾ, ਪਕੜਨ ਤੋਂ ਰਹਿਤ।
ਗਹਿਓ ਨਹੀਂ ਜਾਏ, ਉਹ ਮਨ ਅਸ਼ੁੱਧ ਮਨ ਦੁਆਰਾ ਵੀ ਪਕੜਿਆ ਨਹੀਂ ਜਾਂਦਾ। ਹੈ ਸਾਰਿਆਂ ਦੇ ਵਿੱਚ ਰਹਿਓ ਸਮਾਏ। ਮਹਾਰਾਜ ਫਰਮਾਉਂਦੇ ਹਨ ਕਿ ਅਗਹਿ ਸਰੂਪ ਹੈ, ਪਕੜਨ ਤੋਂ ਰਹਿਤ। ਪੂਰ ਸਰਬ ਰਹਿਓ ਸਮਾਏ, ਹੈ ਵੀ ਪਰਿਪੂਰਨ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਸਰੂਪ। ਜੇਹ ਕਾਟੀ ਸਿਲਕ ਦਇਆਲ ਪ੍ਰਭ, ਸੇ ਜਨ ਲੱਗੇ ਭਗਤੇ। ਜਿਨ੍ਹਾਂ ਦੀ ਦਿਆਲੂ ਪ੍ਰਭੂ ਕਿਰਪਾਲੂ ਸਤਿਗੁਰੂ ਜੀ ਆਪ ਜੀ ਨੇ ਮਾਇਆ ਰੂਪੀ ਫਾਹੀ ਕੱਟ ਦਿੱਤੀ, ਜਿਨ੍ਹਾਂ ਦੀ ਆਪ ਜੀ ਨੇ ਸੋ ਤ੍ਰਿਸ਼ਨਾ ਦੀ ਫਾਹੀ ਕੱਟ ਦਿੱਤੀ, ਜਿਨ੍ਹਾਂ ਦੀ ਆਪ ਜੀ ਨੇ ਕਿਰਪਾ ਕਰਕੇ ਜੰਮਣ ਮਰਨ ਦੀ ਫਾਹੀ ਕੱਟਤੀ, ਉਹ ਆਪ ਜੀ ਦੀ ਭਗਤੀ ਵਿੱਚ ਭਗਤ ਲੱਗੇ ਹਨ ਗੁਰਸਿੱਖ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਇਤ ਉਤ ਸਦਾ ਮੁਕਤੇ। ਸੋ 8ਵਾਂ ਸਵਈਆ ਸੰਪੂਰਨ ਕਰਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਹਰੀ ਦੇ ਸਰੂਪ ਸਤਿਗੁਰੂ ਜੀ ਨੂੰ ਜਿਨ੍ਹਾਂ ਨੇ ਪਰਸਿਆ, ਸਤਿਗੁਰੂ ਜੀ ਦੇ ਚਰਨੀ ਜੋ ਲੱਗੇ ਆ, ਉਹ ਇਸ ਲੋਕ ਵਿੱਚ ਵੀ ਮੁਕਤ ਹੋ ਗਏ, ਪਰਲੋਕ 'ਚ ਵੀ ਜਮਾਂ ਦੀ ਫਾਹੀ ਨਹੀਂ ਉਹਨਾਂ ਨੂੰ ਪਈ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇੱਕ ਸਰਨਾ। ਹੁਣ ਸਤਿਗੁਰੂ ਗਰੀਬ ਨਿਵਾਜ ਜੀ ਦਾ ਸਤੋਤਰ ਵਿਚਾਰਦੇ ਆ ਮਹਾਰਾਜ ਦੇ ਚਰਨਾਂ 'ਚ। ਇਹ ਸੋ ਪੰਜਵਾਂ ਅਖੀਰਲਾ ਜੋ ਹੈ ਨਾ ਸਵਈਆ ਉਚਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਪੂਰਨਤਾ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਿਵਾਜ ਪ੍ਰਭੂ ਆਪ ਜੀ ਸਾਰੇ ਹੀ ਦਾਤਿਆਂ ਦੇ ਦਾਤੇ ਹੋ। ਲੋਕਾਂ ਨੇ ਨਾਮ ਤਾਂ ਦਾਤੇ ਕਹਾਇਆ ਹੁੰਦਾ, ਪਰ ਦਾਤੇ ਹੁੰਦੇ ਨਹੀਂ ਹਨ। ਤੁਧ ਜੇਵੜ ਦਾਤਾਰ ਮੈਂ ਹੋਰ ਕੋਈ ਨਜ਼ਰ ਨਾ ਆਵਈ, ਤੁਧ ਸਭ ਸੇ ਨੂੰ ਦਾਨ ਦਿੱਤਾ ਖੰਡੀ ਬਰ ਭੰਡੀ ਪਾਤਾਲਈ ਪੁਰੀ ਲੋਈ। ਆਪ ਜੀ ਦਾਤੇ ਹੋ, ਐਸੀ ਮੈਂ ਆਪ ਜੀ ਦੀ ਇੱਕ ਜਾਚਕ ਮੰਗਤਾ ਸ਼ਰਨ ਪਿਆ ਹਾਂ। ਮਿਲੈ ਦਾਨ ਸੰਤ ਰੇਨ, ਜੇਹ ਲਗ ਭਉ ਜਲ ਤਰਨਾ। ਮੰਗ ਕੀ ਹੈ ਸਾਡੀ? ਮਹਾਰਾਜ ਸਾਨੂੰ ਆਪ ਜੀ ਦੇ ਸੰਤਾਂ ਦੀ, ਆਪ ਜੀ ਦੀ ਸਾਧ ਸੰਗਤ ਦੀ ਚਰਨ ਧੂੜੀ ਦਾਤ ਮਿਲ ਜਾਏ। ਇਹ ਦਾਨ ਮਿਲੇ ਜਿਸ ਨਾਲ ਲੱਗ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਬਿਨਤ ਕਰੋ ਅਰਦਾਸ, ਸੁਨਹੋ ਜੇ ਠਾਕੁਰ ਭਾਵੈ। ਅਸੀਂ ਅਰਦਾਸ ਕਰਦੇ ਹਾਂ, ਜਿਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਗੁਰੂ ਰਾਮਦਾਸ ਹੋਏ ਸਹਾਏ। ਇਹ ਅੱਖਰ ਜੋ ਹਨ ਇਹ ਹੈ ਅਰਦਾਸ। ਹੁਣ ਅਰਦਾਸ ਵਿੱਚ ਬੇਨਤੀ ਮੰਗ ਕੀ ਹੈ? ਉਹ ਰੱਖਣੀਆਂ। ਸੋ ਸੱਚੇ ਪਾਤਸ਼ਾਹ ਸੁਣੋ ਜੇ ਠਾਕੁਰ ਭਾਵੇ, ਆਪ ਜੀ ਨੂੰ ਜੇ ਭਾਵੇ ਤੇ ਸਾਡੀ ਬੇਨਤੀ ਸੁਣੋ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੈ। ਸਾਡੇ ਮਨ ਵਿੱਚ ਚਾਹ ਹੈ, ਉਤਸ਼ਾਹ ਹੈ ਆਪ ਜੀ ਦੇ ਦਰਸ਼ਨਾਂ ਦਾ। ਸਾਡਾ ਮਨ ਭਗਤੀ ਵਿੱਚ ਠਹਿਰ ਜਾਏ, ਭਗਤੀ ਵਿੱਚ ਲੱਗ ਜਾਏ। ਇਹ ਸਾਨੂੰ ਦਾਤ ਬਖਸ਼ਿਸ਼ ਕਰੋ, ਇਹ ਸਾਡੀ ਬੇਨਤੀ ਹੈ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇੱਕ ਨਾਮ ਧਰਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹ ਕਲਯੁਗ ਦਾ ਜੋ ਘੋਰ ਭਿਆਨਕ ਪਾਪਾਂ ਕਰਕੇ ਹਨੇਰਾ ਸੀ ਛਾਇਆ ਹੋਇਆ, ਔਰ ਜੋ ਇਹ ਸੋ ਅਗਿਆਨ ਦਾ ਹਨੇਰਾ ਛਾਇਆ ਹੋਇਆ, ਉਹਦੇ ਵਿੱਚ ਆਪ ਜੀ ਨੇ ਚਿਰਾਗ ਬਾਲ ਦਿੱਤਾ ਗਿਆਨ ਦਾ। ਸਭ ਕਲ ਉਦਰੀ ਇੱਕ ਨਾਮ ਧਰਮ। ਸਭ ਧਰਮਾਂ ਦੇ ਵਿੱਚੋਂ ਸਰਵ ਸ੍ਰੇਸ਼ਟ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੋ ਇਹ ਨਾਮ ਜਪ ਰੂਪੀ ਜੋ ਧਰਮ ਆਪ ਜੀ ਨੇ ਬਖਸ਼ਿਸ਼ ਕੀਤਾ ਨਾ, ਨਾਮ ਜਪਣ ਦਾ ਧਰਮ, ਇਹਦੇ ਨਾਲ ਲੱਗ ਕਰਕੇ ਸਾਰੀ ਕਲਯੁਗ, ਇਹ ਕਾਲ ਕਹੀਏ ਸਾਰੀ ਸ੍ਰਿਸ਼ਟੀ ਕਲਯੁਗ ਦੀ ਇਹ ਉਧਰ ਗਈ ਹੈ। ਪ੍ਰਗਟ ਸਗਲ ਹਰ ਭਵਨ ਮਹਿ,
ਜਨ ਨਾਨਕ ਗੁਰ ਪਾਰ ਬ੍ਰਹਮ। ਔਰ ਸਾਰਿਆਂ ਭਵਨਾਂ ਦੇ ਵਿੱਚ ਪ੍ਰਗਟ ਹੋ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ। ਕਿਤੇ ਵੀ ਗੁੱਜੀ ਛੰਨੀ ਬਾਤ ਨਹੀਂ ਹੈ, ਕੋਈ ਵੀ ਲੁਕੀ ਬਾਤ ਨਹੀਂ ਹੈ। ਜਿੱਥੇ ਵੀ ਜਾਓ ਘਰ ਘਰ ਬਾਬਾ ਪੂਜੀਐ ਸੋ ਗਾਵੇ। ਸਾਰੇ ਘਰਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੂਜਾ ਹੁੰਦੀ ਆ। ਵੇਖੋ ਦਸਤਗੀਰ ਪੀਰ ਦਾ ਬੇਟਾ ਸਤਿਗੁਰੂ ਜੀ ਦੇ ਨਾਲ ਗਿਆ। ਜਿੱਥੇ ਵੀ ਸਤਿਗੁਰੂ ਜੀ ਜਾਂਦੇ ਆ ਉੱਥੇ ਗੁਰੂ ਕੀ ਸੰਗਤ ਹੈ। ਸਾਰੇ ਹੀ ਭਵਨਾਂ ਵਿੱਚ 9 ਖੰਡਾਂ ਦੀ ਪ੍ਰਿਥਵੀ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਭਈ। ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਆਪ ਜੀ ਦੀ ਇਹ ਵਡਿਆਈ ਸਾਰੇ ਹੀ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਵੀ ਸਤਿਗੁਰੂ ਜੀ ਦੀ ਚਰਨੀ ਲੱਗਿਆ ਉਹਨੂੰ ਮਹਾਰਾਜ ਜੀ ਨੇ ਤਾਰਤਾ। ਨਾ ਸਤਿਗੁਰੂ ਜੀ ਨੇ ਵੇਖਿਆ ਕਿ ਇਹਦੀ ਉਮਰ ਕੀ ਹੈ, ਨਾ ਸਤਿਗੁਰੂ ਜੀ ਨੇ ਵੇਖਿਆ ਇਹਦਾ ਜਾਤ ਕੀ ਹੈ, ਇਹਦਾ ਵਰਨ ਕੀ ਹੈ। ਜਿਹੜਾ ਵੀ ਸਤਿਗੁਰੂ ਜੀ ਦੀ ਸ਼ਰਨ ਆਇਆ, ਜੱਟ ਤਾਰੇ ਪੱਟ ਤਾਰੇ ਲੱਕੜੀ ਦੇ ਕੱਟ ਤਾਰੇ, ਬ੍ਰਾਹਮਣ ਛਤਰੀ ਜੋ ਭੂਪਤ ਸੁਹਾਤ ਹੈ, ਨਾਈ ਤੇ ਸੁਨਾਰ ਤਾਰੇ, ਕਰ ਦੇ ਵਪਾਰ ਤਾਰੇ, ਛੀਪੇ ਔ ਕਹਾਰ ਤਾਰੇ, ਸਾਮ ਜੋਈ ਆਤ ਹੈ, ਨਰ ਨਰ ਬ੍ਰਿਧ ਬਾਲ, ਹਿੰਦੂ ਔ ਮੁਸਲਮਾਨ, ਦੇਸੀ ਪਰਦੇਸੀ ਤਾਰੇ, ਜਾਤ ਚਰਨ ਪ੍ਰਸਾਦ ਹੈ। ਪਿਆਰੇ ਗੁਰੂ ਨਾਨਕ ਜੀ ਗਿਣਤੀ ਨਾ ਆਵੈ ਮੋਹੇ, ਤਾਰੇ ਗਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਤਾਰ ਦਿੱਤਾ, ਉਹਨਿਆਂ ਦੀ ਗਿਣਤੀ ਨਹੀਂ ਹੋ ਸਕਦੀ। ਸਾਰੀ ਸ੍ਰਿਸ਼ਟੀ ਆਪ ਜੀ ਨੇ ਕਿਰਪਾ ਕਰਕੇ ਤਾਰ ਦਿੱਤੀ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਇੱਥੇ 9 ਸਵਈਏ ਜੋ ਸ਼੍ਰੀ ਮੁਖ ਆਕ ਸਤਿਗੁਰੂ ਜੀ ਦੇ ਸ਼੍ਰੀ ਮੁਖ ਤੋਂ ਉਚਾਰੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਉਚਾਰਨ ਕਰਕੇ ਭੱਟਾਂ ਨੂੰ ਸਤਿਗੁਰੂ ਜੀ ਨੇ ਸੁਣਾਈ ਹੈ ਨਾ, ਜਾਂਚ ਸਿਖਾਈ ਹੈ। ਇਹ ਸਵਈਏ ਗੁਰੂ ਗਰੀਬ ਨਵਾਜ ਜੀ ਦੇ ਸੰਪੂਰਨ ਹੋਏ ਹਨ। ਸਮੇਂ ਦੀ ਵੀ ਸਮਾਪਤੀ ਹੈ। ਇੱਥੇ ਹੀ ਗੁਰੂ ਕੇ ਪਿਆਰਿਓ ਸੋ ਫਤਿਹ ਬੁਲਾਉਂਦੇ ਹਾਂ, ਹਾਜ਼ਰੀ ਭਰਦੇ ਹਾਂ। ਸਤਿਗੁਰੂ ਗਰੀਬ ਨਵਾਜ ਜੀ ਦੀ ਪਾਵਨ ਤਖਤ ਸਾਹਿਬ ਜੀ ਦੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਆਓ ਜੀ 2 ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰਹੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।